दैनिक सवेरा टीवी देख रहे ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੁੱਕਰ ਸਵਾਗਤ ਕਰਦਾ। ਸੰਗਰੂਰ ਦੀ ਜਿਹੜੀ ਜਿਮਨੀ ਚੋਣ ਆ ਉਹਦੇ ਲਈ ਸਿਆਸੀ ਸਰਗਰਮੀਆਂ ਜਾਰੀ ਨੇ, ਮਾਹੌਲ ਥੋੜਾ ਗਰਮ ਹੋਣ ਲੱਗਿਆ ਹੈ। 5 ਧਿਰੀ ਮੁਕਾਬਲਾ ਸ਼ਾਇਦ ਇਸ ਹਲਕੇ ਦੇ ਵਿੱਚ ਪਹਿਲੀ ਵਾਰ ਹੋਏਗਾ ਕਿ 5 ਧਿਰਾਂ ਚੋਣ ਮੈਦਾਨ ਵਿੱਚ ਨੇ, ਜਿਸ ਕਾਰਨ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਅਜੇ ਪਤਾ ਨਹੀਂ ਲੱਗ ਰਿਹਾ ਕਿ ਲੋਕ ਕਿਹੜੇ ਪਾਸੇ ਝੁਕਾਅ ਰੱਖਣਗੇ। ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ, ਜੋ ਪਹਿਲਾਂ ਵੀ ਇੱਥੋਂ ਸੀਟ ਤੋਂ MP ਰਹਿ ਚੁੱਕੇ ਨੇ, ਦੁਬਾਰੇ ਫਿਰ ਮੈਦਾਨ 'ਚ ਡਟੇ ਹੋਏ ਨੇ। ਸ਼ਾਇਦ ਉਮਰ ਪੱਖੋਂ ਵੀ ਇਹ ਸਭ ਤੋਂ ਵੱਡੀ ਉਮਰ ਦੇ ਨੇ, ਪਰ ਨੌਜਵਾਨਾਂ ਨਾਲ ਇਹਨਾਂ ਦੀ ਟਾਈ ਪਈ ਹੋਈ ਹੈ। ਗੱਲ ਕਰਾਂਗੇ। ਮਾਨ ਸਾਹਿਬ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨ ਸਾਹਿਬ, ਕੀ ਲੱਗਦਾ ਕਿਹੜੇ ਕਿਹੜੇ ਮੁੱਦੇ ਉੱਭਰੇ ਨੇ ਇਸ ਚੋਣ ਦੌਰਾਨ? ਕਿਉਂਕਿ 3 ਮਹੀਨੇ ਹੋ ਗਏ ਪੰਜਾਬ ਦੇ ਵਿੱਚ ਸਰਕਾਰ ਬਣੀ ਨੂੰ। ਇੱਕ ਤਾਂ ਉਹਦਾ ਲੇਖਾ ਜੋਖਾ ਹੋਏਗਾ, ਇੱਕ ਕਾਂਗਰਸ ਦਾ ਵੀ ਲੇਖਾ ਜੋਖਾ ਹੋਏਗਾ। ਕਾਂਗਰਸ ਦੀ ਜਿਹੜੀ ਆਧਾਰ ਘਟ ਰਿਹਾ, BJP ਵਾਲੇ ਕਹਿੰਦੇ ਸਾਡੇ ਨਾਲ ਸਿੱਖ ਆ ਗਏ, ਅਸੀਂ ਸਾਡੀ ਬੱਲੇ ਬੱਲੇ ਹੋ ਜਾਣੇ। ਕੀ ਲੱਗਦਾ ਤੁਹਾਨੂੰ? ਮੈਨੂੰ ਤਾਂ ਜੀ ਇਹ ਜਿਹੜੇ ਹਾਲਾਤ ਖਰੇ ਨਹੀਂ ਲੱਗ ਰਹੇ, ਕਿਉਂ ਕਰਕੇ ਕਾਂਗਰਸ ਦੇ ਵਿੱਚ ਬਹੁਤ ਭਾਰੀ ਫੁੱਟ ਪਈ ਹੋਈ ਹੈ। ਔਰ BJP ਜਿਵੇਂ ਔਰੰਗਜ਼ੇਬ ਦਾ ਰਾਜ ਸੀਗਾ, ਜਿਵੇਂ ਔਰੰਗਜ਼ੇਬ ਸਵਾ ਮਣ ਜਨੇਊ ਜਿੰਨਾ ਚਿਰ ਤੋਲ ਕੇ ਉਹਦਾ ਵਜ਼ੀਰ ਨਹੀਂ ਸੀ ਦਿਖਾਉਂਦਾ, ਉਨਾ ਚਿਰ ਰੋਟੀ ਨਹੀਂ ਸੀ ਖਾਂਦਾ। ਅਤੇ ਜਿਹਦੇ ਬਦਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦਿੱਤਾ ਕਿ ਮਜ਼ਹਬ ਦੀ ਰੱਖਿਆ ਦੇ ਲਈ, ਜਦ ਕਿ ਗੁਰੂ ਸਾਹਿਬ ਜਨੇਊ ਨਹੀਂ ਸੀ ਪਹਿਨਦੇ, ਨਾ ਅਸੀਂ ਪਹਿਨਦੇ ਹਾਂ। ਜਿਹੜੀ BJP ਹੈ ਇਹ ਬਹੁਤ ਕੱਟੜਵਾਦ ਹੋ ਗਈ ਹੈ ਔਰੰਗਜ਼ੇਬ ਵਰਗਣ। ਜਿਹੜਾ ਮੁਹੰਮਦ ਸਾਹਿਬ ਦੇ ਉੱਤੇ ਇਹਨਾਂ ਨੇ ਐਡਾ ਬੁਰਾ ਇਲਜ਼ਾਮ ਲਾਇਆ, BJP RSS ਬਗੈਰ ਮੋਦੀ ਸਾਹਿਬ ਤੋਂ ਅਤੇ ਭਗਵਤ ਸਾਹਿਬ ਜਿਹੜੇ RSS ਦੇ ਪ੍ਰਧਾਨ ਨੇ, ਅਤੇ BJP ਦੇ ਨਾਡਾ ਸਾਹਿਬ ਹੈ, ਉਹਦੇ ਬਗੈਰ ਤਾਂ ਉਹ ਜਿਹੜੇ ਬੁਲਾਰੇ ਹੈ BJP, ਉਹ ਮੁਹੰਮਦ ਸਾਹਿਬ ਦੇ ਬਾਰੇ ਇਹੋ ਜਿਹੇ ਅਪਸ਼ਬਦ ਨਹੀਂ ਕਹਿ ਸਕਦੇ ਹੈਗੇ। ਜਿਹੜਾ ਤੁਸੀਂ ਕਿਹਾ ਕਿ ਸਿੱਖ ਆਉਣੇ ਸ਼ੁਰੂ ਹੋ ਗਏ ਹੈ BJP ਦੇ, ਜਿਵੇਂ ਔਰੰਗਜ਼ੇਬ ਜਨੇਊ ਤੋਲ ਕੇ ਖਾਂਦਾ ਸੀਗਾ, ਉਸੇ ਤਰ੍ਹਾਂ ਹੀ ਅੱਜ BJP ਦੇਖ ਰਹੀ ਹੈ ਕਿ ਜਿੰਨੇ ਸਿੱਖ ਹੈਗੇ ਹੈ, ਜਿਨ੍ਹਾਂ ਦੀਆਂ ਦਾੜ੍ਹੀਆਂ ਮੁੰਨੀਆਂ, ਜਿਨ੍ਹਾਂ ਦੇ ਕੇਸ ਮੁੰਨੇ ਹੋਏ ਹੈ, ਉਹਨਾਂ ਨੂੰ ਸਮਝਦੀ ਹੈ ਕਿ ਇਹ ਹੁਣ ਸਿੱਖੀ ਤੋਂ ਟੁੱਟ ਗਏ ਹੈ ਅਤੇ ਇਹ ਹਿੰਦੂਤਵਾ ਦੇ ਵਿੱਚ ਆ ਰਹੇ ਹੈ। ਸੋ ਇਹਨਾਂ ਦੇ ਵਿੱਚ ਧਰਮ ਨਿਰਪੱਖਤਾ ਤਾਂ ਹੈ ਨਹੀਂ ਗੀ। ਇਹ ਤਾਂ ਸਿੱਧਾ ਔਰੰਗਜ਼ੇਬ ਵਰਗਣ, ਜਿਵੇਂ ਔਰੰਗਜ਼ੇਬ ਹਿੰਦੂਆਂ ਦੇ ਉੱਤੇ ਹਮਲੇ ਕਰਦਾ ਸੀ, ਇਹ ਤਾਂ ਸਿੱਖਾਂ ਦੇ ਉੱਤੇ ਹਮਲੇ ਕਰਦੇ ਹੈ। ਔਰ ਸਾਨੂੰ ਸੰਗੇੜ ਕੇ ਰੱਖ ਦਿੱਤਾ, ਸਾਡਾ ਬਾਰਡਰ ਨਹੀਂ ਖੋਲ੍ਹਦੇ ਪਾਕਿਸਤਾਨ ਦੇ ਨਾਲ, ਜਿਹਦੇ ਨਾਲ ਸਾਡੀ ਤਰੱਕੀ ਹੋਵੇ, ਸਾਡੀਆਂ ਚੀਜ਼ਾਂ ਬਾਹਰ ਦੇ ਮੁਲਕ ਨੂੰ ਜਾਣ। ਹੁਣ ਪਾਕਿਸਤਾਨ ਦੇ ਵਿੱਚ ਤਾਂ ਕਣਕ ਹੀ ਹੈ ਨਹੀਂ ਗੀ, ਅਤੇ ਇੱਥੇ ਤਾਂ ਭੰਡਾਰ ਭਰੇ ਪਏ ਹੈ। ਪਰ ਜਿਹੜੇ BJP ਦੇ ਲੀਡਰ ਨਾਲ ਸਾਡੀ ਗੱਲ ਹੋਈ ਆ, ਉਹ ਇੰਨੀ ਬਰੀਕੀ 'ਚ ਨਹੀਂ ਜਾ ਰਹੇ। ਉਹ ਕਹਿੰਦੇ ਕਿ ਸੈਂਟਰ ਦੇ ਵਿੱਚ ਸਾਡੀ ਸਰਕਾਰ ਹੈ, ਜੇ ਸਾਡਾ MP ਬਣੇਗਾ ਸੰਗਰੂਰ ਹਲਕੇ ਦਾ ਵਿਕਾਸ ਅਸੀਂ ਵਧੀਆ ਕਰਾਵਾਂਗੇ, ਇਸ ਕਾਰਨ ਕਹਿੰਦੇ ਸਾਨੂੰ ਵੋਟਾਂ ਪੈਣੀਆਂ ਚਾਹੀਦੀਆਂ ਨੇ। ਉਹ ਇਹ ਕਹਿੰਦੇ ਨੇ। ਔਰੰਗਜ਼ੇਬ ਥੋੜ੍ਹੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਇਹ ਜਨੇਊ ਇਸ ਕਰਕੇ ਇਹ ਤੋਲ ਕੇ ਇਹ ਇੰਨੇ ਖਾਂਦਾ ਹੈਗਾ, ਇਹ ਰੋਟੀ ਆਪਣੀ। ਜਿਹੜਾ ਜ਼ਾਲਮ ਹੁੰਦਾ ਹੈ ਉਹ ਮੰਨਦਾ ਥੋੜ੍ਹੀ ਹੁੰਦਾ। ਕਾਹਦੀ ਤਰੱਕੀ ਕਰਾਉਣੀ ਹੈ? ਪਰ ਪਹਿਲੀ ਵਾਰ ਵੀ ਹੋਇਆ। ਮੇਰਾ ਮਤਲਬ BJP ਨੇ ਕੋਈ ਤਰੱਕੀ ਕਰਾਈ ਹੈ ਅਜੇ ਤੱਕ? ਬਾਦਲ ਦੇ ਨਾਲ ਰਹੇ ਹੈ ਇੰਨਾ ਚਿਰ, ਕਿਹੜੀ ਪੰਜਾਬ ਦੀ ਤਰੱਕੀ ਕੀਤੀ ਹੈ ਇਹਨਾਂ ਨੇ? ਇਹਨਾਂ ਨੇ ਤਾਂ ਸਾਡੇ ਕਿਸਾਨਾਂ ਨੂੰ ਮਾਰ ਕੇ ਰੱਖਦਾ, ਕਿਸਾਨ ਮਜ਼ਦੂਰਾਂ ਨੂੰ ਮਾਰ ਕੇ ਰੱਖਤਾ। 700 ਤਾਂ ਉੱਥੇ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਸੀ ਕਿਸਾਨਾਂ ਦੇ ਖਿਲਾਫ, ਉਸ ਸੰਘਰਸ਼ ਦੇ ਵਿੱਚ ਹੀ ਮਾਰਤੇ। ਉਹਨਾਂ ਨੂੰ ਕੋਈ ਦਿੱਤਾ ਮਾਜਵਾ ਨਹੀਂ ਮਿਲਿਆ ਹੈਗਾ। ਕੀ ਕੀਤਾ BJP ਨੇ? ਸਿੱਖਾਂ ਦੀ ਭਰਤੀ ਬੰਦ ਕੀਤੀ ਹੋਈ ਹੈ। ਜਦ ਤੱਕ ਕੋਵਿਡ ਚੱਲਿਆ, ਕੋਵਿਡ, ਉਦੋਂ ਦੀ ਭਰਤੀ ਬੰਦ ਹੈ।
ਤੇ ਇੱਥੇ ਤਾਂ ਬੇਰੁਜ਼ਗਾਰੀ ਇੰਨੀ ਫੈਲ ਗਈ ਹੈ ਤੇ ਬੀਜੇਪੀ ਨੇ ਕੀ ਫਾਇਦਾ ਕਰਨਾ ਹੈਗਾ। ਮਹਿੰਗਾਈ ਬਾਰੇ ਤੁਸੀਂ ਬੋਲੇ ਨਹੀਂ, ਜੇ ਤੋਂ ਜ਼ਿਆਦਾ ਹੀ ਪਰੇਸ਼ਾਨ, ਮਹਿੰਗਾਈ ਵੀ ਬਹੁਤ ਜ਼ਿਆਦਾ ਹੈ। ਮਹਿੰਗਾਈ ਤਾਂ ਬਹੁਤ ਜ਼ਿਆਦਾ ਹੋ ਗਈ ਹੈ ਜੀ। ਹੁਣ ਇਹ ਤੇਲ ਵੀ ਬਹੁਤ ਮਹਿੰਗਾ ਹੋ ਜਾਣਾ, ਕਿਉਂ ਕਰਕੇ ਰੂਸ ਤੋਂ ਅਮਰੀਕਾ ਨੇ ਬੰਦ ਕਰ ਦੇਣਾ ਤੇਲ ਆਉਣਾ। ਤੇ ਜੋ ਮੁਹੰਮਦ ਸਾਹਿਬ ਦੇ ਬਾਰੇ ਇਹਨਾਂ ਨੇ ਮਾੜੇ ਅਲਫਾਜ਼ ਇਸਤੇਮਾਲ ਕਰਦੇ ਹੈ ਤੇ ਇਸਲਾਮਿਕ ਮੁਲਕਾਂ ਤੋਂ ਤੇਲ ਆਉਂਦਾ, ਉਹਨਾਂ ਨੇ ਵੀ ਘਟਾ ਦੇਣਾ। ਪਰ ਪਹਿਲੀ ਵਾਰ ਹੋਇਆ ਕਿ ਉਹ ਟਿੱਪਣੀਆਂ ਕਰਨ ਵਾਲੀ ਜਿਹੜੀ ਇਹਨਾਂ ਦੀ ਪ੍ਰਵਕਤਾ ਸੀ, ਸਪੋਕਸ, ਉਹਨੂੰ ਅਹੁਦੇ ਤੋਂ ਹਟਾਤਾ। 2 ਬੰਦੇ ਇਹਨਾਂ ਨੇ ਹਟਾਏ ਨੇ, ਪਹਿਲਾਂ ਕਦੇ ਉਤਾਰੇ ਨਹੀਂ ਸੀ। ਇਹਦਾ ਮਤਲਬ ਥੋੜ੍ਹੀ ਥੋੜ੍ਹੀ ਸਮਝ ਆਉਣ ਲੱਗੀ ਕਿ ਇਹ ਨੁਕਸਾਨ ਕਰਨਗੇ ਐਵੇਂ ਦੇ ਜਿਹੜੇ ਬੜਬੋਲੇ ਲੋਕ ਹੈ। ਉਹਦਾ ਫਾਇਦਾ ਨਹੀਂ ਜੀ, ਉਹਨਾਂ ਨੂੰ ਤਾਂ ਮੁਅੱਤਲ ਕੀਤਾ। ਜਿਹੜਾ ਬੰਦਾ ਮੁਅੱਤਲ ਕਰਦੀ ਉਹਨੂੰ ਬਹਾਲ ਕਰ ਦਈਦਾ ਹੁੰਦਾ। ਉਹਨਾਂ ਦੇ ਉੱਤੇ ਕੇਸ ਥੋੜ੍ਹੀ ਕੀਤਾ ਇਹ ਕੋਈ, ਇਹ NSA ਦੇ ਉੱਤੇ ਅੰਦਰ ਲਾਉਣ। ਉਹਨਾਂ ਨੇ ਸਾਰੀ ਫੋਰਨ ਪੋਲਿਸੀ ਤਬਾਹ ਕਰਕੇ ਰੱਖਤੀ। ਸਾਰੇ ਇਸਲਾਮਿਕ ਮੁਲਕ ਹਾ ਕਰੀ ਜਾਂਦੇ ਹੈ। ਤੇ ਦੂਸਰੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ, ਉੱਥੇ ਮੁਸਲਮਾਨ ਮੁਲਕਾਂ ਦੇ ਵਿੱਚ ਇੰਡੀਅਨ ਦੇ ਖਿਲਾਫ ਹੋ ਗਏ ਹੈ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਿੱਖ ਇੰਡੀਅਨ ਨਹੀਂ ਹੈ, ਸਿੱਖ ਅਲੱਗਾ ਕੌਮ ਹੈ। ਤੇ ਉਹਨਾਂ ਨੂੰ ਪਛਾਣ ਲੈਣਾ ਚਾਹੀਦਾ ਕਿ ਸਿੱਖ ਇਹੋ ਜਿਹੀ ਹਰਕਤ ਦੇ ਵਿੱਚ ਕਦੇ ਹਿੱਸਾ ਨਹੀਂ ਲੈਂਦੇ। ਤੇ ਸਾਨੂੰ ਇੰਡੀਅਨ ਕਰਕੇ ਸਾਡੇ ਨਾਲ ਨਾ ਨਫ਼ਰਤ ਕਰਨ। ਅਸੀਂ ਅਲੱਗਾ ਕੌਮ ਹੈ, ਅਲੱਗਾ ਅਸੀਂ ਹਮੇਸ਼ਾ ਮੁਲਕ ਚਾਹੁੰਦੇ ਰਹੇ ਹਾਂ ਤੇ ਸਾਡਾ ਹਮੇਸ਼ਾ ਮੁਲਕ ਅਲੱਗਾ ਰਿਹਾ ਹੈ। ਇਹ ਤਾਂ 1947 ਦੇ ਵਿੱਚ ਸਾਡੇ ਨਾਲ ਚਲਾਕੀ ਤੇ ਬੇਈਮਾਨੀ ਕਰਕੇ ਅਸੀਂ ਅੱਜ ਇੰਡੀਆ ਦਾ ਹਿੱਸਾ ਹੈਗੇ ਹਾਂ। ਨਹੀਂ ਤਾਂ ਅਸੀਂ ਤਾਂ ਇਹ ਵੱਖਰੀ ਕੌਮ ਹੈ, ਵੱਖਰਾ ਨੇਸ਼ਨ ਹੈ ਸਾਡਾ। ਤੇ ਸਾਨੂੰ ਨਾ ਇਹ ਮੁਸਲਮਾਨ ਸਮਝਣ ਕਿ ਅਸੀਂ, ਜੇ ਉਹਨਾਂ ਨੂੰ ਗੁੱਸਾ ਹੈਗਾ ਸਾਡੇ ਸਿੱਖਾਂ ਦੇ ਉੱਤੇ, ਨਹੀਂ ਕੱਢਣਾ ਚਾਹੀਦਾ। ਉਹਨਾਂ ਨੇ ਜਿਹੜੇ 10 ਦਿਨ ਨੇ ਉਹ ਪੂਰੇ ਟਫ ਨੇ ਤੁਹਾਡੇ ਲਈ ਵੀ। ਸੱਤਾਧਾਰੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਪੰਜਾਬ ਦੇ, ਉਹ ਕਹਿੰਦੇ ਸਾਨੂੰ ਘੱਟੋ ਘੱਟ ਸਾਲ ਮਿਲਣਾ ਚਾਹੀਦਾ, ਕੁਝ ਕਰਕੇ ਦਿਖਾਵਾਂਗੇ। 3 ਮਹੀਨੇ ਭਾਵੇਂ ਹੋ ਗਏ, ਉਹਦਾ ਫਿਰ ਤੁਸੀਂ ਕਿੱਦਾਂ ਜਵਾਬ ਦਿਓਗੇ ਕਿ ਲੋਕਾਂ ਨੂੰ ਕੀ ਸਮਝਾਓਗੇ ਕਿ ਉਹਨਾਂ ਨੂੰ ਵੋਟਾਂ ਨਾ ਪਾਓ? ਦੇਖੋ, ਉਹਨਾਂ ਨੇ ਭਾਈ ਮੂਸੇਵਾਲ ਦੀ ਜਿਹੜੀ ਕਤਲ ਤਾਂ ਸਰਕਾਰ ਨੇ ਕਰਵਾਇਆ, ਸੈਂਟਰ ਨੇ ਵੀ ਕਰਵਾਇਆ, ਪੰਜਾਬ ਸਰਕਾਰ ਨੇ ਵੀ ਕਰਵਾਇਆ। ਦਿੱਲੀ ਪੁਲਿਸ ਨੇ ਤੇ IB ਨੇ ਪਹਿਲਾਂ ਪੰਜਾਬ ਸਰਕਾਰ ਨੂੰ ਕਿਹਾ ਸੀਗਾ ਕਿ ਇਹਨਾਂ ਦਾ ਕਤਲ ਹੋ ਜਾਊਗਾ। ਤੇ ਉੱਤੇ ਜੇ ਹੋਮ ਮਿਨਿਸਟਰੀ ਨੂੰ ਵੀ ਪਤਾ ਸੀ, ਕਿਉਂ ਕਰਕੇ ਦਿੱਲੀ ਦੀ ਪੁਲਿਸ ਤੇ IB ਸਿੱਧੀ ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਅੰਦਰ ਆਉਂਦੀ ਹੈ ਤੇ ਉਹਨਾਂ ਦੇ ਹੋਮ ਸੈਕਟਰੀ ਭੱਲਾ ਸਾਹਿਬ ਦੇ ਥੱਲੇ ਆਉਂਦੀ ਹੈ। ਫਿਰ ਭੱਲੇ ਨੇ ਤੇ ਅਮਿਤ ਸ਼ਾਹ ਨੇ ਐਕਸ਼ਨ ਕਿਉਂ ਨਹੀਂ ਲਿਆ ਤੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਲਿਆ ਤੇ ਸੈਂਟਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿਉਂ ਨਹੀਂ ਅਜੇ ਤੱਕ ਕਿ ਜੇ ਤੁਹਾਡੇ ਕੋਲ ਇਤਲਾਹ ਮਿਲ ਗਈ ਸੀ ਤੇ ਤੁਸੀਂ ਕਿਉਂ ਨਹੀਂ ਐਕਸ਼ਨ ਲਿਆ ਤੇ ਮੂਸੇਵਾਲ ਸਾਹਿਬ ਦੀ ਸਿਕਿਉਰਿਟੀ ਕਿਉਂ ਘਟਾਤੀ? ਕਿਉਂ ਕਰਕੇ ਹਰੇਕ ਗੱਲ ਦੇ ਉੱਤੇ ਜਿੱਥੇ ਵੀ ਥੋੜ੍ਹੀ ਜਿਹੀ ਗਲਤੀ ਹੋ ਜੇ, ਸੈਂਟਰ ਹਮੇਸ਼ਾ ਖਿੱਚਦਾ ਆਪਣੇ ਸਟੇਟਸ ਨੂੰ। ਤੇ ਇਹਦੇ ਬਾਰੇ ਤਾਂ ਕੋਈ ਨੋਟਿਸ ਹੀ ਨਹੀਂ ਸਟੇਟ ਤੋਂ ਆਇਆ। ਤੇ ਸਿੱਧੂ ਮੂਸੇਵਾਲੇ ਦੇ ਹਮਾਇਤੀ ਤੁਹਾਨੂੰ ਮਿਲਦੇ ਆ, ਤੁਸੀਂ ਪਿੰਡਾਂ 'ਚ ਜਾਂਦੇ ਹੋ, ਕਿੱਦਾਂ ਦੀ ਹਮਾਇਤ ਦੇ ਰਹੇ ਨੇ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਹਮਾਇਤੀ? ਉਹ ਤਾਂ ਆਪਣੇ ਨਾਲ ਹੀ ਹੈ, ਕਿਉਂ ਕਰਕੇ ਮੂਸੇਵਾਲ ਸਾਹਿਬ ਨੇ ਕਿਹਾ ਸੀਗਾ ਮੈਂ ਤਾਂ ਸਿਮਰਨਜੀਤ ਸਿੰਘ ਮਾਨ ਦੇ ਕਾਗਜ਼ ਭਰਾਉਣ ਨੂੰ ਆਪਣੀ ਬਣਾਈ ਹੋਈ ਟਰਾਲੀ ਤੇ ਆਪਣੇ ਟਰੈਕਟਰ ਚਲਾ ਕੇ ਤੇ ਫਿਰ DC ਦੇ ਦਫ਼ਤਰ ਲੈ ਕੇ ਤੇ ਇਹਦੇ ਕਾਗਜ਼ ਭਰਾਉਣੇ ਹੈ। ਤੇ ਮੈਨੂੰ ਕਿਹਾ ਸੀ ਬਾਪੂ ਤੂੰ ਕਦੋਂ ਆਏਗਾ ਮੈਨੂੰ ਮਿਲਣ? ਤੇ ਅਗਲੇ ਦਿਨ ਜਦੋਂ ਮੈਂ ਗਿਆ ਤੇ ਮੂਸੇਵਾਲ ਹੈ ਹੀ ਨਹੀਂ ਸੀਗਾ। ਕਾਂਗਰਸੀ ਤਾਂ ਖਾਸ ਕਰਕੇ ਰਾਜਾ ਵੜਿੰਗ ਕਹਿੰਦੇ ਕਿ ਚੋਰੀਓਂ ਮੂਸੇਵਾਲ ਦੀ ਵੀਡੀਓ ਬਣਾ ਲਈ, ਗਲਤ ਪ੍ਰਚਾਰ ਕਰ ਰਹੇ ਨੇ। ਪਤਾ ਨਹੀਂ ਕਿਵੇਂ ਚੋਰੀ ਲੱਭੀ ਨਹੀਂ। ਇਹ ਫਿਰ ਕਾਂਗਰਸ ਦੇ ਪ੍ਰਧਾਨ ਹੈਗੇ ਆ, ਉਹਨਾਂ ਨੂੰ ਕੋਈ ਅਦਬ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਮੈਂ ਇੱਕ ਥਾਂ 'ਤੇ ਇਹ ਵੀ ਬਿਆਨ ਦਿੱਤਾ ਸੀ ਕਿ ਮੈਂ ਗਲਤ ਪਾਰਟੀ ਵੱਲੋਂ ਚੋਣ ਲੜਿਆ। ਉਹ ਤਾਂ ਇਹਦਾ ਮਤਲਬ ਮੰਨ ਚੁੱਕੇ ਸੀ ਕਿ ਮੈਂ ਕਾਂਗਰਸੀ ਹੈ ਨਹੀਂ। ਉਹ ਆਪਣਾ ਫਿਰ ਬਣਾ ਰਹੇ ਨੇ ਵਾਰ-ਵਾਰ, ਉਹ ਕਰ ਰਹੇ ਨੇ ਮੂਸੇਵਾਲਾ ਸਾਡਾ ਹੈ ਨਾ। ਫਿਰ ਜਦੋਂ ਆਪ ਹੀ ਉਹਨਾਂ ਨੇ ਕਹਿਤਾ ਤੇ ਫਿਰ ਰਾਜਾ ਸਾਹਿਬ ਕਿਵੇਂ ਕਹਿੰਦੇ ਹੈਗੇ ਆ ਕਿ ਇਹ ਐਵੇਂ ਅਸੀਂ ਕੋਈ ਟੇਪ ਬਣਾ ਲਈ ਹੈ ਨਾ। ਹੁਣ ਆਪਾਂ ਵੱਸ ਪਏ ਹਾਂ 2 ਰਾਜਿਆਂ ਦੇ, ਇੱਕ ਤਾਂ ਪਹਿਲਾ ਰਾਜਾ ਸਾਹਿਬ ਸੀਗਾ ਤੇ ਹੁਣ ਨਵਾਂ ਰਾਜਾ ਸਾਹਿਬ ਆ ਗਿਆ ਜਿਹੜਾ ਇਹ ਇਹੋ ਜਿਹੀਆਂ ਧੂਮਤਾਂ ਲਾਉਂਦੇ ਆ। ਇੱਕ ਇਹ ਵੀ ਕਹਿ ਰਹੇ ਨੇ ਰਾਜਾ ਸਾਹਿਬ ਕਿ ਨਵੇਂ ਰਾਜਾ ਦੀ ਗੱਲ ਕਰਦਾ ਮੈਂ,
ਕਿ ਜਿਹੜਾ ਸਾਧੂ ਸਿੰਘ ਧਰਮਸੋਤ ਹੈ ਉਹਨੂੰ ਕਹਿੰਦੇ ਐਵੇਂ ਹੀ ਫੜ ਲਿਆ, 500 ਰੁਪਏ ਕੀ ਚੀਜ਼ ਹੈ, ਜਦ ਕਿ 3 ਕਰੋੜ ਦਾ ਸਕੈਂਡਲ ਹੈ। ਕੀ ਲੱਗਦਾ ਕਿ ਇਹੋ ਜਿਹੇ ਭ੍ਰਿਸ਼ਟ ਜਿਹੜੇ ਮੰਤਰੀ ਨੇ, ਚਾਹੇ ਅਕਾਲੀਆਂ ਦੇ ਹੋਣ ਚਾਹੇ ਕਾਂਗਰਸੀਆਂ ਦੇ ਹੋਣ, ਅੰਦਰ ਜਾਣੇ ਚਾਹੀਦੇ ਆ? ਸਾਰੇ ਬੀਜੇਪੀ ਵਾਲੇ ਵੀ, ਸਾਰੇ ਜਿੰਨੇ ਵੀ ਕਰਪਟ ਆਦਮੀ ਹੈ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ। ਜੇ ਸਾਡੀ ਸਰਕਾਰ ਕਿਸੇ ਵੇਲੇ ਵੀ ਆ ਗਈ ਨਾ, ਤੇ ਅਸੀਂ ਤਾਂ ਨਹੀਂ ਇਹਨਾਂ ਨੂੰ ਛੱਡਣਾ ਹੈਗਾ। ਤੇ ਜਿਹੜੀ ਹਾਈ ਕੋਰਟ ਜਿਹੜੇ ਮੁਲਜ਼ਮ ਸਿੱਖਾਂ ਦੇ ਹੈਗੇ ਹੈ ਬਰਗਾੜੀ ਦੇ ਵਿੱਚ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ, 2 ਸਿੱਖ ਸ਼ਹੀਦ ਕਰਤੇ ਹੈ, ਤੇ ਸੈਣੀ ਨੂੰ ਜ਼ਮਾਨਤਾਂ ਦੇਈ ਜਾਣੀਆਂ, ਫਿਰ ਸੌਦੇ ਸਾਧ ਨੂੰ ਉਹਦੀ ਤਫਤੀਸ਼ ਨਾ ਹੋਣ ਦੇਣੀ। ਜਿਹੜਾ ਜੱਜ ਹੈਗਾ ਇਹ ਬਜਾਜ ਹੈ, ਇੱਕ ਸ਼ਿਕਵਾਤ ਹੈ, ਇੱਕ ਸਾਗਵਾਨ ਹੈਗਾ, ਇਹ ਕਿਉਂ ਉਹਨਾਂ ਨੂੰ ਜ਼ਮਾਨਤਾਂ, ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੈ? ਮੇਰਾ ਮਤਲਬ ਉਹਨਾਂ ਨੇ ਕਤਲ ਕੀਤੇ ਹੈ, ਮਹਾਰਾਜ ਦੀ ਬੇਅਦਬੀ ਕੀਤੀ ਹੈ, ਤੇ ਜੱਜ ਮੁਲਜ਼ਮਾਂ ਨੂੰ ਬਚਾ ਕਿਉਂ ਰਹੇ ਹੈ? ਹਾਈ ਕੋਰਟ ਦੇ ਵਿੱਚ ਤਾਂ ਇਹ ਸਾਡੇ ਸਿੱਖਾਂ ਦਾ ਤਾਂ ਇਤਬਾਰ ਹੀ ਨਹੀਂ ਰਿਹਾ, ਤੇ ਸੁਪਰੀਮ ਕੋਰਟ ਦੇ ਵਿੱਚ ਕੋਈ ਵੀ ਜੱਜ ਸਿੱਖ ਹੈ ਹੀ ਨਹੀਂ ਹੈ, ਨਾ ਸੈਂਟਰ ਦੀ ਕੈਬਨਿਟ ਦੇ ਵਿੱਚ ਸਿੱਖ ਹੈਗਾ। ਤੁਸੀਂ ਕਹਿੰਦੇ ਹੋ ਬੀਜੇਪੀ ਨੇ ਬਹੁਤ ਅੱਛਾ ਕਰਨਾ ਸੀ, ਉਹਨਾਂ ਨੂੰ ਪੁੱਛੋ ਕਿ ਸੈਂਟਰ ਦੀ ਕੈਬਨਿਟ ਦੇ ਵਿੱਚ ਤਾਂ ਕੋਈ ਸਿੱਖ ਹੈ? ਤੁਹਾਡਾ ਵਜ਼ੀਰ ਹੀ ਨਹੀਂ ਹੈਗਾ। ਨਹੀਂ ਹੈਗੇ, ਇੱਕ ਹਵਾਬਾਜ਼ੀ ਮੰਤਰੀ ਹੈਗੇ ਆ, ਉਹ ਜਿਹੜੇ ਇਨਵੈਸਟਰ ਰਹੇ ਨੇ। ਉਹ ਤਾਂ ਛੋਟਾ ਮੋਟਾ ਮਹਿਕਮਾ ਹੈਗਾ। ਆਪਣੇ ਕੋਲੇ ਤਾਂ ਜਾਂ ਤਾਂ ਫੋਰਨ ਅਫੇਅਰਸ ਹੁੰਦਾ ਸੀਗਾ, ਜਾਂ ਰੱਖਿਆ ਹੁੰਦੀ ਸੀ, ਜਾਂ ਫਾਈਨੈਂਸ ਹੁੰਦਾ ਸੀਗਾ, ਜਾਂ ਗ੍ਰਹਿ ਵਜ਼ਾਰਤ ਹੁੰਦੀ ਸੀਗੀ, ਤੇ ਇੱਕ ਵਾਰੀ ਪ੍ਰਾਈਮ ਮਿਨਿਸਟਰ ਵੀ ਹੋਈ ਹੈ, ਹਾਂ ਹੈ ਨਾ, ਪ੍ਰੈਜ਼ੀਡੈਂਟ ਵੀ ਹੋਇਆ। ਪਰ ਮੇਰਾ ਮਤਲਬ ਹੁਣ ਤਾਂ ਕੁਛ ਵੀ ਨਹੀਂ ਹੈ। ਉਹ ਪਤਾ ਨਹੀਂ ਕਾਹਦੇ, ਉਹ ਤਾਂ ਘਰ ਬਣਾਉਂਦੇ ਆ। ਮੇਰਾ ਖਿਆਲ ਉਹ ਜਿਹੜਾ ਵਜ਼ਾਰਤ ਹੈਗੀ ਆ ਘਰ ਬਣਾਉਣ ਦੀ। ਇੱਕ ਆਪਾਂ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਾਂ, ਕਿਉਂ ਨਾ ਕੋਈ ਕਮਿਸ਼ਨ ਬਣੇ, ਸਾਰੇ ਮੰਤਰੀਆਂ ਦਾ ਲੇਖਾ ਜੋਖੀ ਕੀਤਾ ਜਾਵੇ, ਇਕੱਲੇ ਇਕੱਲੇ ਦਾ ਦੇਖ ਲੈਣ, ਕਿਉਂਕਿ ਲੋਕ ਦੁਖੀ ਸੀ। ਤਾਂਹੀਓ ਸਿਸਟਮ 'ਚ ਤਬਦੀਲੀ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫਿਰ ਇਹ ਵੀ ਚਾਹੀਦਾ ਤੁਹਾਡੇ ਮੁਤਾਬਕ ਕਿ ਵਾਕਈ ਪਤਾ ਲੱਗੇ ਕਿ ਕਿਹਨੇ ਕਿੰਨਾ ਖਾਧਾ ਹੈ। ਹਾਂ, ਕਮਿਸ਼ਨ ਤੈਅ ਕਰਨਾ ਚਾਹੀਦਾ ਇਹਨਾਂ ਨੂੰ, ਜਿਵੇਂ ਇਹ ਪਹਿਲਾਂ ਹੋਇਆ ਸੀਗਾ, ਕੈਰੋਂ ਦੇ ਵੇਲੇ ਵੀ ਹੋਇਆ ਸੀਗਾ, ਬਾਦਲਾਂ ਦੇ ਵੇਲੇ ਵੀ ਹੋਇਆ ਸੀਗਾ, ਤੇ ਕਮਿਸ਼ਨ ਤਾਂ ਤੈਅ ਹੁੰਦਾ। ਉਹ ਹੈਗੇ ਸੀ ਝੂਠੇ ਕੇਸਾਂ ਦੇ ਮਾਮਲੇ ਨੂੰ ਲੈ ਕੇ, ਮੰਤਰੀਆਂ ਨੇ, ਕੇਵਲ ਮੰਤਰੀਆਂ ਤੇ ਐਮਐਲਏ ਤੇ ਹੋਵੇ ਕਮਿਸ਼ਨ, ਉਹਨਾਂ ਦੇ ਜਾਇਦਾਦ ਦੀ ਜਾਂਚ ਕੀਤੀ ਜਾਵੇ, ਜਿਹੜੀਆਂ ਸ਼ਿਕਾਇਤਾਂ ਉਹਨਾਂ ਖਿਲਾਫ ਨੇ ਕਿ ਇਹਨਾਂ ਨੇ ਆਹ ਖਾਧਾ, ਉਹਦੇ ਬਾਰੇ ਕਮਿਸ਼ਨ ਬਣੇ ਤਾਂ ਬੈਟਰ ਹੋਏਗਾ। ਨਾ, ਉਹ ਤਾਂ ਵਿਜੀਲੈਂਸ ਦੇ ਕੋਲੇ ਸਾਰਾ ਰਿਕਾਰਡ ਹੈਗਾ, ਉਹ ਤਾਂ ਸਿਰਫ ਇਹਨਾਂ ਤੇ ਮੁਕੱਦਮੇ ਕਰਨੇ। ਕਮਿਸ਼ਨ ਕੀ ਜ਼ਿਆਦਾ ਕਰ ਦੂਗਾ ਇਹ? ਉਹ ਤਾਂ ਫਿਰ ਇਹ ਆ ਨਾ ਜੀ, ਉਹ ਸੱਤਾਧਾਰੀ ਲਾਹਾ ਲੈਣ ਵਾਸਤੇ ਕਿਸੇ ਟਾਈਮ ਕਿਸੇ ਨੂੰ ਫੜ ਲਿਆ, ਕਿਸੇ ਟਾਈਮ ਕਿਸੇ ਨੂੰ, ਉਹਦਾ ਸਿਆਸੀ ਲਾਹਾ ਲੈਣਗੇ। ਜੇ ਕਮਿਸ਼ਨ ਹੋਏਗਾ, ਆਪਣੀ ਰਿਪੋਰਟ ਦੇਗਾ, ਕਾਰਵਾਈ ਹੋਏਗੀ ਤਾਂ ਵਧੀਆ ਹੋਏਗਾ। ਤੁਸੀਂ ਚਾਹੁੰਦੇ ਹੋ ਕਮਿਸ਼ਨ ਵੀ ਬਣ ਜੇ ਤਾਂ, ਪਰ ਉਹ ਰਿਪੋਰਟ 3 ਮਹੀਨਿਆਂ 'ਚ ਦੇ ਦੇਣਾ, ਕਿਉਂ ਕਰਕੇ ਸਾਰਾ ਰਿਕਾਰਡ ਤਾਂ ਪਿਆ ਇਹਨਾਂ ਦੀ, ਇਹ ਜੋ ਕੁਛ ਇਹਨਾਂ ਨੇ ਕੀਤਾ ਹੈਗਾ। ਮਾਨ ਸਾਹਿਬ, ਜਦੋਂ ਅਸੀਂ ਫੀਲਡ 'ਚ ਜਾਂਦੇ ਹਾਂ, ਅਸੀਂ 5-6 ਦਿਨ ਹੋ ਗਏ ਲਗਾਤਾਰ, ਲੋਕ ਕਹਿੰਦੇ ਨੇ ਜਿਹੜਾ ਚੋਣਾਂ ਦਾ ਮੁਕਾਬਲਾ ਇਸ ਵਾਰੀ ਸੰਗਰੂਰ ਜ਼ਿਮਨੀ ਚੋਣ ਦਾ ਤੁਹਾਡੇ ਮਾਨ ਵਿਚਕਾਰ ਤੇ ਮਾਨ ਦੀ ਪਾਰਟੀ ਵਿਚਕਾਰ, ਆਮ ਆਦਮੀ ਪਾਰਟੀ ਵਿਚਕਾਰ ਹੈ, ਬਾਕੀ ਮੁਕਾਬਲੇ 'ਚ ਹੈ ਨਹੀਂ। ਉਹ ਮੁਕਾਬਲੇ ਦੇ ਵਿੱਚ ਅੱਗੇ ਵਧਣ ਲਈ ਹੋਰ ਤੁਸੀਂ ਕੀ ਕਰੋਗੇ? ਅਸੀਂ ਤਾਂ ਅੱਗੇ ਵੱਧਦੇ ਜਾ ਰਹੇ ਹਾਂ, ਕਿਉਂ ਕਰਕੇ ਆਮ ਪਾਰਟੀ ਦਾ ਤਾਂ ਕੈਂਡੀਡੇਟ ਬਾਹਰ ਹੀ ਨਹੀਂ ਨਿਕਲ ਸਕਿਆ ਅਜੇ ਤੱਕ, ਤੇ ਭਗਵੰਤ ਜੀ ਦੇ ਭੈਣ ਜੀ ਨੂੰ ਘੇਰ ਲਿਆ ਲੋਕਾਂ ਨੇ, ਤੇ ਉਹਨਾਂ ਦੇ ਤਾਂ ਪੋਸਟਰ ਵੀ ਨਹੀਂ ਲੱਗ ਰਹੇ ਕਿਤੇ ਵੀ, ਕੋਈ ਬੰਦਾ ਉਹਨਾਂ ਦਾ ਪਿੰਡਾਂ 'ਚ ਹੈ ਨਹੀਂ ਗਾ, ਸਾਰੇ ਸਾਡੇ ਕੰਨੀ ਆ ਰਹੇ ਹੈ, ਤੇ ਹੇੜਾਂ ਦੀਆਂ ਹੇੜਾਂ ਇੱਧਰਲੇ ਪਾਸੇ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਆ ਰਹੀ ਹੈ, ਤੇ ਉਹਨਾਂ ਦੀ ਜਿੱਤਣ ਦੀ ਉਮੀਦ EM, ਉਹ ਜਿਹੜੀ ਇਲੈਕਟ੍ਰੋਨਿਕ ਮਸ਼ੀਨ ਹੈ, ਉਹਦੇ ਰਾਹੀਂ ਤਾਂ ਹੋ ਸਕਦੀ ਹੈ, EVM ਦੇ ਰਾਹੀਂ। ਹੁਣ ਤਾਂ ਨਹੀਂ ਉਹ ਜਿੱਤ ਸਕਦੇ ਹੈਗੇ। ਤੇ ਜਿਹੜਾ ਪੰਥਕ ਏਜੰਡੇ ਨੂੰ ਲੈ ਕੇ ਵਾਰ-ਵਾਰ ਪ੍ਰਚਾਰ ਕਰ ਰਹੀ ਹੈ ਪਾਰਟੀ, ਸੁਖਬੀਰ ਸਿੰਘ ਬਾਦਲ ਹੋਰੀ, ਉਹਦਾ ਕਿੱਥੇ ਕੁ ਲੱਗਦਾ ਤੁਹਾਨੂੰ? ਕਿਉਂਕਿ ਰੈਲੀਆਂ ਤੋਂ ਕਰਨ ਲੱਗੇ ਪਏ ਨੇ, ਕੀ ਪੰਥਕ ਏਜੰਡਾ ਉਹ ਪੰਥਕ ਏਜੰਡੇ ਨੂੰ ਵਰਤ ਕੇ ਵੋਟਾਂ ਹਾਸਲ ਕਰ ਸਕਦਾ? ਕੋਈ ਫਾਇਦਾ ਹੋ ਸਕਦਾ ਉਹਨਾਂ ਨੂੰ? ਉਹਨਾਂ ਦੇ ਕੋਲੇ ਪੰਥਕ ਏਜੰਡਾ ਕਦੇ ਹੋਇਆ ਹੀ ਨਹੀਂ, ਸਾਰਾ ਕੁਝ ਗਵਾ ਕੇ ਹੁਣ ਇਹ ਰੋ ਰਹੇ ਹੈ ਕਿ ਸਾਡੇ ਕੋਲੇ ਤਾਂ ਪੰਥਕ ਏਜੰਡਾ ਹੈ ਹੀ ਨਹੀਂ। ਕਿਹੜਾ ਪੰਥਕ ਏਜੰਡਾ ਹੈਗਾ? ਇੱਕ ਤਾਂ 328 ਮਹਾਰਾਜ ਦੇ ਸਰੂਪ ਇਹਨਾਂ ਨੇ ਗਾਇਬ ਕਰਾਤੇ ਹੈ, ਵੇਚ ਦਿੱਤੇ ਹੈ,
ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ, ਮੌੜ ਦੇ ਵਿੱਚ ਬੰਬ ਚਲਵਾਤਾ ਹੈ, ਸੌਦੇ ਸਾਧ ਤੋਂ ਉਹਦੀ ਇਨਵੈਸਟੀਗੇਸ਼ਨ ਨਹੀਂ ਹੋ ਰਹੀ। ਇਹ ਪਤਾ ਨਹੀਂ ਨਵੀਂ ਸਰਕਾਰ ਕਰਾਊਗੀ ਕਿ ਨਹੀਂ ਕਰਾਊਗੀ। ਸੋ ਮੇਰਾ ਮਤਲਬ ਹੈ ਕਿ ਉਹਨਾਂ ਨੇ ਧਰਮ 'ਤੇ 11 ਸਾਲ ਤੋਂ SGPC ਦੇ ਇਲੈਕਸ਼ਨ ਨਹੀਂ ਹੋਣ ਦੇ ਰਹੇ। ਇਹ ਤਾਂ ਮਹੰਤ ਬਣ ਕੇ ਬੈਠ ਗਏ ਹੈ, ਅਤੇ ਪੰਥ ਤਾਂ ਮਹੰਤ ਅਤੇ ਮਸੰਦਾਂ ਦੇ ਤਾਂ ਹਮੇਸ਼ਾ ਖਿਲਾਫ ਰਹੀ ਹੈ। ਫਿਰ ਤੁਸੀਂ ਆਪ ਦੱਸ ਦਿਓ ਕਿ ਇਹ ਮਹੰਤਾਂ ਨੂੰ ਅਤੇ ਮਸੰਦਾਂ ਨੂੰ ਵੋਟ ਪਾਓ, ਇਹ ਕੋਈ ਪੰਥਕ ਏਜੰਡਾ ਹੈਗਾ? ਤੇ ਮੁੱਦਾ ਮਾਨ ਸਾਹਿਬ ਉਹ ਕੱਲਾ ਲੈ ਕੇ ਰਹੇ ਨੇ ਬੰਦੀ ਸਿੰਘਾਂ ਵਾਲਾ, ਬਾਦਲ ਦਲ ਵਾਲੇ ਮੁੱਦੇ ਹੋਰ ਬੜੇ ਨੇ। ਤੁਹਾਡੇ ਮੁਤਾਬਕ ਕਿਹੜੇ ਕਿਹੜੇ ਮੁੱਦਿਆਂ 'ਤੇ ਫੋਕਸ ਹੋਣੀ ਚਾਹੀਦੀ ਆ ਇਹ ਚੋਣ? ਬੰਦੀਆਂ ਦਾ ਮੁੱਦਾ ਬਿਲਕੁਲ ਠੀਕ ਹੈ। ਸਾਡੀ ਪਾਰਟੀ ਹੁਣ 338 ਦਿਨਾਂ 'ਤੇ ਇਹ ਬਰਗਾੜੀ ਮੋਰਚੇ 'ਚ ਬੈਠੀ ਹੈ। ਰੋਜ਼ 25 ਜਾਂ 15 ਸਿੰਘ ਗ੍ਰਿਫਤਾਰੀਆਂ ਦੇ ਰਹੇ ਕਿ ਬੰਦੀਆਂ ਨੂੰ ਛੱਡੋ। ਅਸੀਂ ਛਡਾਏ ਵੀ ਹੈਗੇ ਹੈ, ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਵੀ, ਅਤੇ ਬਾਅਦ ਦੇ ਵਿੱਚ ਕੋਈ ਛੁੱਟਿਆ ਨਹੀਂ ਹੈਗਾ। ਪਰ ਸਾਡੀ ਪਾਰਟੀ ਇਹਦੇ 'ਤੇ ਪੂਰਾ ਫੋਕਸ ਕਰ ਰਹੀ ਹੈਗੀ ਹੈ, ਅਤੇ ਉਹਨਾਂ ਨੇ ਤਾਂ ਬੰਦੀ ਬਣਾਏ ਹੈ, ਛਡਾਉਣ ਦੀ ਗੱਲ ਤਾਂ ਕਦੋਂ ਕੀਤੀ ਨਹੀਂ। ਨਾ ਬਾਦਲ ਸਾਹਿਬ ਨੇ ਕੀਤੀ ਹੈ, ਨਾ ਸੁਖਬੀਰ ਸਿੰਘ ਨੇ ਕੀਤੀ ਹੈ, ਕਦੇ ਸੋਚਿਆ ਹੀ ਨਹੀਂ। ਬੰਦੀਆਂ ਬਾਰੇ ਤਾਂ ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਹੈ। ਇੱਕ ਮਾਨ ਸਾਹਿਬ ਇਹ ਚੱਲਦੀ ਹੈ ਵਾਰ-ਵਾਰ, ਕਿਉਂਕਿ ਖਾੜਕੂਵਾਦ ਦੀ ਜਦੋਂ ਗੱਲ ਚੱਲਦੀ ਹੈ ਉਦੋਂ ਫਿਰ ਚੱਲਦੇ ਝੂਠੇ ਪੁਲਿਸ ਮੁਕਾਬਲਿਆਂ ਦੀ। ਫਿਰ ਤੁਹਾਡਾ ਵੀ ਕਿਤੇ ਨਾ ਕਿਤੇ ਨਾਂ ਆਉਂਦਾ ਕਿ ਜਦੋਂ ਤੁਸੀਂ SSP ਸੀ, ਬਾਦਲ ਦੀ ਸਰਕਾਰ ਸੀ, ਤੁਹਾਡਾ ਵੀ ਕਿਤੇ ਨਾ ਕਿਤੇ ਉਹਨਾਂ 'ਚ ਹੱਥ ਰਿਹਾ ਉਸ ਮਾਮਲਿਆਂ ਦੇ ਵਿੱਚ। ਝੂਠੇ ਮੁਕਾਬਲੇ ਉਹ ਹੁੰਦੇ ਆ ਜਿਹੜੇ ਇੱਕ ਤਰਫ ਇਹ ਮਾਰੇ ਜਾਣ। ਉਹ ਦੂਸਰੀ ਪਾਰਟੀ ਦੇ 3 ਮਾਰੇ ਗਏ ਸੀ, ਸਾਡੀ ਪੁਲਿਸ ਦੇ 3 ਮਾਰੇ ਗਏ ਸੀਗੇ। ਫਿਰ ਉਹ ਝੂਠਾ ਕਿਵੇਂ ਹੋ ਸਕਦਾ? ਫਿਰ ਸਾਡੇ ਕਿਵੇਂ ਮਰ ਗਏ ਇਹ 3 ਬੰਦੇ? ਅਤੇ DC ਦੇ ਹੁਕਮ ਦੇ ਉੱਤੇ ਇਹ ਗੋਲੀ ਚੱਲੀ ਸੀਗੀ। ਇਹ ਤੁਹਾਨੂੰ ਫਿਰ ਬਦਨਾਮ ਕਰ ਰਹੇ ਨੇ ਵਾਰ-ਵਾਰ ਕਿ ਸ਼ੁਰੂਆਤ ਤੁਸੀਂ ਕੀਤੀ ਇਹਨਾਂ ਮੁਕਾਬਲਿਆਂ ਦੀ, ਤੁਹਾਡੇ ਵਿਰੋਧੀ? ਉਹ ਤਾਂ ਉਹਨਾਂ ਦੀ ਮਰਜ਼ੀ ਹੈ, ਕੀਤੀ ਹੋਊਗੀ ਕਿ ਨਹੀਂ। ਪਰ ਜਿਹੜੇ ਨਕਸਲਾਈਟ ਮਾਰੇ ਹੈ ਉਹ ਤਾਂ ਬਾਦਲ ਦੇ ਹਕੂਮਤ ਦੇ ਵਿੱਚ ਸ਼ੁਰੂ ਹੋਏ ਸੀਗੇ ਨਕਸਲਾਈਟ ਮਾਰਨੇ, ਫੜ ਕੇ। ਫਿਰ ਕਾਂਗਰਸ ਦੇ ਰਾਜ ਦੇ ਵਿੱਚ ਹੋਏ ਹੈ। ਮੈਂ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। ਜਦੋਂ ਨਕਸਲਾਈਟਾਂ ਦੇ ਮੁਕਾਬਲੇ ਹੋ ਰਹੇ ਸੀ, ਤੁਹਾਡੀ ਪੋਸਟਿੰਗ ਕਿੱਥੇ ਸੀ? ਤੁਸੀਂ ਵੀ ਉਹਦਾ ਅੰਦਰ ਖਾਤੇ ਕੀ ਵਿਰੋਧ ਕਰਦੇ ਸੀ ਕਿ ਇੱਦਾਂ ਨਹੀਂ ਹੋਣਾ ਚਾਹੀਦਾ? ਮੈਂ ਗਵਰਨਰ ਦੇ ਨਾਲ ਸੀਗਾ ਉਸ ਵੇਲੇ, ਗਵਰਨਰ ਦਾ AD ਸੀ। ਫਿਰ ਮੈਂ PAP ਸੀਗਾ ਸੰਗਰੂਰ ਦੇ ਵਿੱਚ, ਅਤੇ ਮੈਂ ਤਾਂ ਤੁਹਾਡੇ ਹਰਭਜਨ ਸਿੰਘ ਜਿਹੜਾ ਟ੍ਰਿਬਿਊਨ ਦੇ ਐਡੀਟਰ ਸੀਗੇ। ਹਾਂ, ਹਰਭਜਨ ਸਿੰਘ ਹਲਵਾਰਵੀ। ਓਕੇ। ਉਦੋਂ ਮੇਰੀ ਟ੍ਰੇਨਿੰਗ ਹੋ ਰਹੀ ਸੀਗੀ, ਅਤੇ ਉਹਨਾਂ ਨੂੰ ਸੁਧਾਰ ਦੀ ਚੌਂਕੀ 'ਚ ਫੜਿਆ ਹੋਇਆ ਸੀਗਾ। ਮੈਂ ਕੁਦਰਤੀ 에ਅਰਫੋਰਸ ਦਾ ਜਿਹੜਾ ਮੈਸ ਸੀਗਾ ਉੱਥੇ ਰੋਜ਼ ਸ਼ਾਮ ਨੂੰ ਜਾਂਦਾ ਸੀਗਾ ਇਹ ਆਪਣੇ ਦੋਸਤਾਂ ਨੂੰ ਮਿਲਣ। ਮੇਰੀ ਪੋਸਟਿੰਗ ਦਾਖੇ ਹੋਈ ਸੀਗੀ, ਅਤੇ ਮੈਂ ਕੁਦਰਤੀ ਚੌਂਕੀ 'ਚ ਚਲੇ ਗਿਆ ਸੁਧਾਰ ਦੀ, ਅਤੇ ਉੱਥੇ ਇੱਕ ਬੰਦਾ ਮੁਸਤਫਾ ਬਿਠਾਇਆ ਹੋਇਆ ਸੀਗਾ। ਅਤੇ ਮੈਂ ਪੁੱਛਿਆ ਕਿ ਇਹ ਕੌਣ ਹੈ? ਕਹਿੰਦੇ ਕਿ ਜੀ ਇਹ ਤਾਂ ਹਰਭਜਨ ਸਿੰਘ ਹਲਵਾੜਵੀ ਹੈ, ਅਤੇ ਇਹਨੂੰ ਤਾਂ ਪੁਲਿਸ ਰੋਪੜ ਦੀ ਫੜ ਕੇ ਹੁਣੇ ਲੈ ਕੇ ਜਾਊਗੀ। ਮੈਂ ਕਿਹਾ ਰੋਜ਼ਨਾਮਚੇ 'ਚ ਇਹਦੀ ਰਿਪੋਰਟ ਲਿਖੀ ਆ? ਉਹ ਕਹਿੰਦਾ ਨਹੀਂ ਜੀ ਇਹ ਤਾਂ ਅਸੀਂ ਭੇਜ ਦੇਣਾ। ਮੈਂ ਕਿਹਾ ਫੜਾਓ ਰੋਜ਼ਨਾਮਚਾ ਲਿਆਓ। ਉੱਥੇ ਫਿਰ ਮੈਂ ਉਹਦੀ ਰਿਪੋਰਟ ਲਿਖੀ ਕਿ ਇਹ ਤਾਂ ਇਹ ਅਸੀਂ ਗ੍ਰਿਫਤਾਰ ਕਰਕੇ ਇੱਥੇ ਰੱਖਿਆ ਹੋਇਆ ਹੈਗਾ, ਅਤੇ ਉਹ ਬਚ ਗਿਆ। ਅਤੇ ਜਿਹੜੇ ਰੋਪੜ ਦਾ SSP ਸੀਗਾ ਸ਼ਰਮਾ, ਉਹ ਬੜਾ ਖਫਾ ਹੋਇਆ ਕਿ ਇਹ ਕੀ ਕਰਤਾ ਸਿਮਰਨਜੀਤ ਸਿੰਘ ਨੇ, ਕਿ ਇਹ ਤਾਂ ਸਾਡਾ ਸ਼ਿਕਾਰ ਇਹਨੇ ਖਤਮ ਕਰਤਾ। ਮੈਂ ਨਹੀਂ ਕੋਈ ਮਾਰੇ ਬੁਰੇ, ਨਾ ਨਕਸਲਾਈਟ। ਜਿਹੜੇ ਤੁਸੀਂ ਬਚਾਉਣ ਵਾਲੇ ਸੀਗੇ, ਤੁਸੀਂ ਇਹ ਕਹਿ ਸਕਦੇ ਕਿ ਬਚਾਏ ਨੇ? ਹਾਂ, ਮੈਂ ਤਾਂ ਇਹ ਬਚਾਇਆ। ਜਦੋਂ ਮੈਂ ਕਮਾਂਡੈਂਟ ਲੱਡਾ ਕੋਠੀ ਇੱਥੇ ਸੰਗਰੂਰ ਲੱਗਿਆ ਹੋਇਆ ਸੀਗਾ, ਉਦੋਂ ਮੈਨੂੰ ਪਤਾ ਲੱਗ ਗਿਆ ਕਿ ਇੱਕ ਬੰਦੇ ਨੂੰ ਫੜ ਕੇ ਅਗਲੇ ਦਿਨ ਇਹਨੇ, ਜਿਹੜਾ ਇੱਥੋਂ ਦਾ SSP ਸੀਗਾ ਚੌਧਰੀ, ਕੀ ਆ ਨਾਂ ਦਾ, ਉਸ ਨੇ, ਅਤੇ ਮੈਂ ਆਪਣੇ ਇੰਸਪੈਕਟਰ ਨੂੰ ਕਿਹਾ ਜਾ ਤੂੰ ਵੀ, ਤੈਨੂੰ ਵੀ ਪਤਾ ਕਿਹੜੇ ਪਿੰਡ 'ਚ ਹੈਗਾ ਉਹ। ਉਹਦਾ ਨਾਂ ਭੋਲਾ ਸੀਗਾ, ਅਤੇ ਉਹਨੂੰ ਫੜ ਕੇ ਅਸੀਂ ਲੈ ਆਏ, ਅਤੇ ਫਿਰ ਉਹਨੂੰ ਮੈਂ ਲੁਕੋ ਲਿਆ ਆਪਣੇ ਘਰੇ ਲੈ ਕੇ, ਉੱਥੇ ਲੁਕੋ ਕੇ ਰੱਖਿਆ ਉਹਨੂੰ। ਸੂਬਾ ਸਿੰਘ ਚੌਧਰੀ, ਸੂਬਾ ਸਿੰਘ SSP ਸੀਗਾ। ਹਾਂ। ਜਿਹੜੀ ਤੁਸੀਂ 2-3 ਬਚਾਏ, ਫਿਰ ਹਲਵਾਰਵੀ ਨਾਲ ਤੁਹਾਡੀ ਗੱਲ ਹੋਈ
ਕਿ ਤੂੰ ਭਾਈ ਉੱਥੇ ਸੀ ਰੋਜ਼ਨਾਮੇ 'ਚ ਮੈਂ ਲਿਖਿਆ ਸੀ, ਕਦੇ ਮਿਲੇ ਹੋਵੋਗੇ, ਦੱਸੀ ਗੱਲ ਉਹਨਾਂ ਨੂੰ? ਹਾਂ, ਹਲਵਾੜੀ ਨੂੰ ਜਦੋਂ ਟ੍ਰਿਬਿਊਨ ਦੇ ਐਡੀਟਰ ਸੀਗੇ ਮਿਲਦੇ ਹੁੰਦੇ ਸੀਗੇ, ਬੜੀ ਆਦਰ ਦੇ ਨਾਲ ਮੈਨੂੰ ਮਿਲਦੇ ਹੁੰਦੇ ਸੀਗੇ। ਫਿਰ ਅਸੀਂ ਇਹਨਾਂ ਦੇ ਘਰ ਦੀ ਸਰਚ ਕੀਤੀ। ਮੇਰੇ ਨਾਲ IB ਦਾ ਇੱਕ ਇੰਸਪੈਕਟਰ ਸੀਗਾ ਜਿਹੜਾ ਉਹ ਤਲਾਸ਼ੀ ਨੂੰ ਸੁਪਰਵਾਈਜ਼ ਕਰ ਰਿਹਾ ਸੀਗਾ, ਮੈਂ ਤਾਂ ਟ੍ਰੇਨਿੰਗ ਕਰ ਰਿਹਾ ਸੀਗਾ। ਅਤੇ ਉਹਦੇ ਵਿਚਾਰੇ ਦਾ ਚੁੱਲ੍ਹਾ ਵੀ ਪੁੱਟਿਆ, ਸਾਰਾ ਕੁਛ ਕੀਤਾ। ਫਿਰ ਉਹਦੇ ਕੋਲ ਕਿਤਾਬਾਂ ਸੀਗੀਆਂ ਇਹ ਮਾਰਕਸ ਦੀਆਂ, ਫਿਰ ਸੋਸ਼ਲਿਜ਼ਮ ਦੀਆਂ। ਅਤੇ ਮੈਂ ਸਾਹਿਬ ਨੂੰ ਕਿਹਾ, ਮੈਂ ਕਿਹਾ ਇਹ ਤਾਂ ਅਸੀਂ IPS 'ਚ ਪੜ੍ਹ ਕੇ ਇਹ ਇਮਤਿਹਾਨ ਦਿੱਤਾ ਹੈਗਾ, ਇਹ ਕਾਹਦੇ ਲਈ? ਉਹ ਕਹਿੰਦਾ ਨਹੀਂ ਜਨਾਬ, ਇਹ ਉੱਤੋਂ ਹੁਕਮ ਹੈ, ਜੋ ਕੁਛ ਲਿਟਰੇਚਰ ਮਿਲੂਗਾ ਉਹ ਤੁਸੀਂ ਕਬਜ਼ੇ 'ਚ ਲਓ, ਤੁਸੀਂ ਆਪਾਂ ਨੇ ਕੀ ਕਰਨਾ, ਜਦੋਂ ਉੱਤੋਂ ਹੁਕਮ ਹੈ ਆਪਾਂ ਫੜ ਲੈਂਦੇ ਹਾਂ ਇਹ ਸਾਰਾ ਕੁਛ। ਮੈਂ ਕਿਹਾ ਫੜੀ ਲਓ। ਫਿਰ ਉਹਦੀਆਂ ਕਿਤਾਬਾਂ ਜਿਹੜੀਆਂ ਇਹ ਆਪਾਂ ਸਾਰੇ ਪੜ੍ਹਦੇ ਹਾਂ ਕਾਲਜਾਂ ਦੇ ਵਿੱਚ। ਈਵਨ ਦੈਨ ਯੂਨੀਵਰਸਿਟੀ ਤਾਂ ਭਿੰਡਰਾਂ ਵਾਲੇ ਦੀ ਜਿਹੜੀ ਯੁੱਧ ਪਾਲਿਸੀ ਆ ਉਹਦੇ ਬਾਰੇ ਵੀ ਪੜ੍ਹਾਇਆ ਜਾਂਦਾ। ਉਹ ਪੜ੍ਹਾਈ ਦੀ ਗੱਲ ਹੋਰ ਹੈ। ਕਾਹਦੇ ਬਾਰੇ? ਸੰਤ ਭਿੰਡਰਾਂ ਵਾਲਿਆਂ ਦੀ ਜਿਹੜੀ ਯੁੱਧ ਨੀਤਿਕ ਪਾਲਿਸੀ ਹੈ, ਡਿਫੈਂਸ ਸਟੱਡੀ ਡਿਪਾਰਟਮੈਂਟ ਆ ਪੰਜਾਬੀ ਯੂਨੀਵਰਸਿਟੀ ਪਟਿਆਲੇ, ਉੱਥੇ ਪੜ੍ਹਾਇਆ ਵੀ ਜਾਂਦਾ। ਉਹ ਕੋਈ ਦਿੱਕਤ ਵਾਲੀ ਗੱਲ? ਫਿਰ ਇਹੋ ਜਿਹੀ ਡਿਫੈਂਸ ਪਾਲਿਸੀ ਤਾਂ ਕਦੇ, ਜਿਹੜਾ ਸਾਰਾਗੜ੍ਹ ਦਾ ਡਿਫੈਂਸ ਹੋਇਆ ਹੈ ਉਦੋਂ ਬਾਅਦ ਤਾਂ ਦੇਖੋ ਨਾ, ਉਹ 3 ਹਕੂਮਤਾਂ ਦੇ ਨਾਲ ਲੜੇ ਹੈਗੇ ਆ, ਸਟੇਟਲੈਸ ਸਿੱਖਸ। ਅਤੇ ਜਨਰਲ ਸ਼ਵੇਗ ਸਿੰਘ ਉਹਨਾਂ ਦੇ ਨਾਲ ਸੀਗੇ। ਅਤੇ 72 ਘੰਟੇ ਰੂਸ ਅਤੇ ਬਰਤਾਨੀਆ ਅਤੇ ਇੰਡੀਆ ਦੀ ਫੌਜ ਅੰਦਰ ਨਹੀਂ ਆਉਣ ਦਿੱਤੀ। ਇਹ ਕੋਈ ਖਾਲਾ ਜੀ ਦਾ ਵਾੜਾ ਸੀ? ਟੈਂਕ ਵੀ ਵਿੱਚ ਇਸਤੇਮਾਲ ਹੋਏ, ਫਿਰ ਤੋਪਾਂ ਵੀ ਹੋਈਆਂ, ਫਿਰ ਹੈਲੀਕਾਪਟਰ ਗਨਸ਼ਿਪਸ ਵੀ ਹੋਏ। ਅਤੇ ਇਹੋ ਜਿਹਾ ਡਿਫੈਂਸ ਤਾਂ ਕਦੇ ਦੁਨੀਆ ਦੇ ਵਿੱਚ ਦੇਖਿਆ ਹੀ ਨਹੀਂ ਗਿਆ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਉੱਥੇ ਦਰਬਾਰ ਸਾਹਿਬ ਦੀ ਰੱਖਿਆ ਕੀਤੀ। ਮਾਨ ਸਾਹਿਬ, ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਇਹਨਾਂ 'ਚੋਂ 10 ਦਿਨਾਂ ਦੌਰਾਨ ਹੋਰ ਉਭਾਰੋਗੇ ਕਿ ਜਿਨ੍ਹਾਂ ਗੱਲਾਂ ਦੀ, ਜੋ ਮਸਲਿਆਂ ਦੀ ਗੱਲ ਹੋਣੀ ਚਾਹੀਦੀ ਆ? ਕਿਹੜੇ ਮੇਨ ਮੁੱਦੇ ਆ ਪੰਜਾਬ ਦੇ? ਮੇਨ ਮੁੱਦੇ ਹੈ ਕਿ ਪੰਜਾਬ ਦਾ ਬਾਰਡਰ ਪਾਕਿਸਤਾਨ ਦੇ ਨਾਲ ਖੁੱਲ੍ਹਣਾ ਚਾਹੀਦਾ ਹੈ, ਸਾਡੀ ਟ੍ਰੇਡ ਵਧਣੀ ਚਾਹੀਦੀ ਹੈ। ਇਹਦੇ ਨਾਲ ਸਾਡੇ ਲਾਲੇ ਬਾਣੀਏ ਵੀ ਖੁਸ਼ ਹੋਣਗੇ, ਸਾਡੇ ਮਜ਼ਦੂਰ ਜਿਹੜੇ ਖੇਤ ਮਜ਼ਦੂਰ ਹੈ ਉਹਨਾਂ ਦਾ ਪੈਸਾ ਵਧੂਗਾ, ਜਿਹੜੀ ਬੇਰੁਜ਼ਗਾਰੀ ਹੈ ਇਹ ਖਤਮ ਹੋਊਗੀ, ਕਿਉਂ ਕਰਕੇ ਟਰੱਕਾਂ ਦੇ ਰਾਹੀਂ ਸਾਰੀ ਟਰਾਂਸਪੋਰਟ ਬਾਕੀ ਦੇ ਮੁਲਕਾਂ 'ਚ ਜਿਨਸਾਂ ਲੈ ਕੇ ਜਾਊਗੀ, ਲੈ ਕੇ ਆਊਗੀ, ਅਤੇ ਇਹ ਤਾਂ ਸਾਡੀ ਬੇਰੁਜ਼ਗਾਰੀ ਖਤਮ ਹੋਊਗੀ ਇਹਦੇ ਨਾਲ। ਜਿੰਨਾ ਚਿਰ ਇਹ ਸਾਡਾ ਬਾਰਡਰ ਨਹੀਂ ਖੁੱਲ੍ਹਦਾ ਉਨਾ ਚਿਰ ਤਾਂ ਇਹ ਸੁੰਗੜ ਕੇ ਅਸੀਂ ਤਾਂ ਜਾਵਾਂਗੇ ਮਰ। ਤਦੇ ਹਿਜਰਤ ਹੋ ਰਹੀ ਹੈ ਬਾਹਰ ਦੇ ਮੁਲਕਾਂ ਦੇ ਵਿੱਚ ਬਲੂ ਸਟਾਰ ਤੋਂ ਬਾਅਦ, ਕਿ ਸਿੱਖਾਂ ਦਾ ਅਤਬਾਰ ਨਹੀਂ ਰਿਹਾ ਹਿੰਦੁੱਤਵਾਦੀ ਸਰਕਾਰ 'ਤੇ ਹਰੇਕ ਘਰ ਚਾਹੁੰਦਾ ਹੈ ਕਿ ਮੇਰਾ ਇੱਕ ਨਾ ਇੱਕ ਕੋਈ ਸਾਕ ਬਾਹਰ ਚਲਿਆ ਜਾਵੇ, ਅਤੇ ਜੇ ਇੱਥੇ ਮੁਸੀਬਤ ਪਵੇ ਤਾਂ ਸਾਨੂੰ ਕੋਈ ਬੈਠਣ ਦੀ ਜਾਂ ਰਹਿਣ ਦੀ ਜਗ੍ਹਾ ਮਿਲ ਜੇ। ਸਿੱਖ ਹੁਣ ਹਿਜਰਤ ਕਰ ਰਿਹਾ, ਅਤੇ ਇਸ ਕਰਕੇ ਜਿਹੜੀ ਹਿੰਦੁੱਤਵਾ ਦਾ ਰਾਜ ਹੈ ਅਸੀਂ ਤੋੜ ਕੇ ਆਪਣਾ ਅਲੱਗਾ ਦੇਸ਼ ਬਣਾਉਣਾ ਚਾਹੁੰਦੇ ਹਾਂ, ਜਿਹਦੇ ਨਾਲ ਸਿੱਖ ਇੱਥੇ ਟਿਕ ਜਾਵੇ ਅਤੇ ਹਿਜਰਤ ਕਰਨ ਤੋਂ ਨਕਾਰਾ ਕਰੇ। ਹਾਂ ਸਾਹਿਬ, ਲਾਸਟ ਸਵਾਲ ਇੱਕ ਇਹ ਵੀ ਹੋ ਸਕਦਾ ਆਉਣ ਵਾਲੇ ਕੁਝ ਦਿਨਾਂ ਦੌਰਾਨ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰਾਂ, ਜਿਹਦੇ ਵਿੱਚ BJP ਹੈ, ਕਾਂਗਰਸ ਹੈ, ਅਕਾਲੀ ਦਲ, ਬਾਦਲ ਵੀ ਹੈ, ਉਹ ਸੋਚ ਲੈਣ ਕਿ ਹਰਾਉਣਾ ਕਿਵੇਂ ਨਾ ਕਿਵੇਂ ਆਪ ਵਾਲਿਆਂ ਨੂੰ, ਉਹਦੇ ਆਪਣੇ ਵਰਕਰ ਜਿਹੜੇ ਉਹਦੇ ਵਰਕਰ ਨੇ ਜਾਂ ਦੂਸਰੀ ਕਤਾਰ ਦੇ ਲੀਡਰ ਨੇ ਤੁਹਾਡੇ ਵੱਲ ਹੋ ਸਕਦਾ ਝੁਕਾਅ ਰੱਖ ਲੈਣ। ਕੋਈ ਪੋਸੀਬਿਲਿਟੀ ਨਜ਼ਰ ਆਉਂਦੀ ਹੈ ਤੁਹਾਨੂੰ? ਤੁਸੀਂ ਬੜੀ ਅਜੀਬ ਗੱਲ ਕੀਤੀ ਹੈ। ਸਾਰਾ ਪਿੰਡ ਮਰ ਜੇ, ਮਾਣ ਨੂੰ ਲੰਬਰਦਾਰੀ ਨਹੀਂ ਦੇਣੀ ਕਿਸੇ ਨੇ। ਦੇ ਦੇਣਗੇ ਜਿਹੜੇ ਲੋਕ ਸਾਨੂੰ ਗੱਲਾਂ ਕਰਦੇ ਆ। ਨਹੀਂ ਮਾਨ ਸਾਹਿਬ, ਜਿਹੜੇ ਲੋਕ ਦੱਸਦੇ ਆ ਨਾ ਨਹੀਂ ਦਊਗਾ ਮੈਨੂੰ। ਹਾਂ ਨਾ, ਸਾਰਾ ਪਿੰਡ ਮਰ ਜੇ ਮੇਰੇ। ਨਹੀਂ, ਜੋੜ ਤੋੜ ਹੁੰਦੀ ਰਹੀ ਹੈ ਪਹਿਲਾਂ, ਜੋੜ ਤੋੜ ਹੁੰਦੀ ਰਹੀ ਹੈ ਪਹਿਲਾਂ, ਹੁੰਦੀ ਰਹੀ ਹੈ, ਪਰ ਇਹ ਮੈਨੂੰ ਲੰਬਰਦਾਰੀ ਨਹੀਂ ਨਾ ਦੇਣੀ ਹੈ। ਤੁਸੀਂ ਆਪਣੇ ਦਮ ਤੇ ਲੜੋਗੇ ਫਿਰ? ਹਾਂ, ਫਿਰ ਖਾਲਸਾ ਤਾਂ ਲੜਦਾ ਤਾਂ ਹੀ ਹੈ। ਸ਼ੁਕਰੀਆ। ਸੋ ਇਹ ਸਨ ਸਿਮਰਜੀਤ ਸਿੰਘ ਮਾਨ, ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਇਹ ਆਪਣੇ ਦਮ 'ਤੇ ਇਹ ਚੋਣਾਂ ਲੜਨਗੇ ਅਤੇ ਪੰਜਾਬ ਦੀ ਬਿਹਤਰੀ ਦੇ ਮੁੱਦਿਆਂ ਦੀ ਉਹ ਗੱਲ ਕਰਦੇ ਨੇ ਅਤੇ ਕਰਦੇ ਰਹਿਣਗੇ। ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ, ਕੱਟੂ ਪਿੰਡ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ।
ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।